आप लिहो तुम कथा सुधारी, सुको टल गुरु सेविया, अहनिस सहज सुभाए, दर्शन परस्य गुरु कै, जन्म मरण दुख जाए, होवै सिफत खसम दी, ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸੱਜਣ ਸਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਈਐ ਸਭਨਾਂ ਦਾ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਈਐ ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੀ, ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੀ। ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੀ, ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੀ। ਪੂਰਾ ਗੁਰ ਮੇਟਿਓ ਪਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੀਰਾ। ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ। ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ। ਜਪ ਤਪ ਸੰਜਮ ਗਿਆਨ ਤਤ ਬੀਤਾ, ਜਿਸ ਮਨ ਵਸੈ ਗੋਪਾਲਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਕੀ ਪੂਰਨ ਕਾਲਾ। ਕਾਲ ਕਲੇਸ਼ ਮਿਟੇ ਦੁਖ ਸਗਲੇ, ਕਾਟੀ ਜਮ ਕੀ ਫਾਸਾ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ। ਕਲ ਕਲੇਸ਼ ਮਿਟੇ ਦੁਖ ਸਗਲੇ, ਕਾਟੇ ਜਮ ਕੀ ਫਾਸਾ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ
ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੱਜ ਬੈਠੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਾਰੇ ਭਾਗਸ਼ਾਲੀ ਹੋ। ਅਕਾਲ ਪੁਰਖ ਵੱਲੋਂ ਮਿਲੇ ਹੋਏ ਅਮੋਲਕ ਜੀਵਨ ਨੂੰ ਸਫਲ ਕਰਨ ਲਈ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਮੇਲੇ, ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਮੇਲੇ ਕਰਦਿਆਂ ਹੋਇਆਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਜੋ ਸ੍ਰੀ ਮੁਖਵਾਕ ਸ੍ਰੀ ਹਰਿਮੰਦਰ ਸਾਹਿਬ ਤੋਂ ਮਹਾਰਾਜ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਦਰਬਾਰ ਵਿੱਚ ਪਹੁੰਚੇ ਹੋ ਔਰ ਘਰਾਂ ਦੇ ਵਿੱਚ ਸਾਧਨ ਦੇ ਰਾਹੀਂ ਗੁਰ ਸ਼ਬਦ ਦੇ ਨਾਲ ਜੁੜ ਬੈਠੇ ਹੋ। ਸੋ ਅੱਜ ਦਾ ਸ੍ਰੀ ਮੁਖਵਾਕ ਸੋਲਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਹਜ਼ੂਰ ਦੇ 615 ਅੰਗ ਉੱਪਰ ਸੁਭਾਏਮਾਨ ਹੈ। ਸਮੁੱਚੇ ਤੌਰ 'ਤੇ ਸ਼ਬਦ ਵਿੱਚ, ਉਪਦੇਸ਼ ਵਿੱਚ ਮਨੁੱਖ ਨੂੰ ਜਾਗਰਤ ਕੀਤਾ ਹੈ, ਜਗਾਇਆ ਹੈ ਕਿ ਤੇਰੇ ਅੰਦਰ ਇੱਕ ਰਤਨ ਹੈ, ਪਰ ਜੀਵਨ ਦੇ ਵਿੱਚ ਹੋਸ਼ ਨਾ ਆਉਣ ਕਰਕੇ, ਗਿਆਨ ਨਾ ਆਉਣ ਕਰਕੇ ਜੀਵਨ ਬਾਹਰ ਮੁਖੀ ਰਹਿੰਦਾ ਹੈ ਅਤੇ ਉਸ ਰਤਨ ਦੀ ਖੋਜ ਨਹੀਂ ਕਰਦਾ। ਉਸ ਨਾਮ ਦੇ ਰਤਨ ਨੂੰ ਖੋਜਣ ਵਾਸਤੇ ਜਦੋਂ ਕੋਈ ਤੁਰਦਾ ਹੈ ਤਾਂ ਕੁਦਰਤੀ ਤੌਰ 'ਤੇ ਕਿਸੇ ਵੀ ਮੰਜ਼ਿਲ 'ਤੇ ਪਹੁੰਚਣਾ ਹੋਵੇ ਤਾਂ ਰਸਤਾ ਜ਼ਰੂਰ ਹੁੰਦਾ ਹੈ, ਟੋਇਆਂ ਟਿੱਬਿਆਂ ਦੇ ਵਿੱਚੋਂ ਲੰਘਣਾ ਪੈਂਦਾ। ਮਹਾਰਾਜ ਕਹਿੰਦੇ ਉਸ ਨਾਮ ਹੀਰੇ ਰਤਨ ਜੋ ਕਿ ਸਰੀਰ ਦੇ ਅੰਦਰ ਹੀ ਹੈ, ਪਹੁੰਚਣ ਵਾਸਤੇ ਅਕਾਲ ਪੁਰਖ ਦੇ ਗੁਣ ਗਾਉਣੇ ਹੀ ਸਭ ਤੋਂ ਵੱਡੀ ਸਾਧਨਾ ਹੈ। ਵਾਹਿਗੁਰੂ ਦੀ ਵਡਿਆਈ ਕਰਨੀ, ਉਹਦੀ ਮਹਿਮਾ ਗਾਉਣੀ, ਉਹਦੇ ਗੁਣ ਗਾਉਣੇ, ਇਹ ਸਭ ਤੋਂ ਵੱਡੀ ਸਾਧਨਾ ਹੈ। ਅਤੇ ਜਦੋਂ ਇਹ ਸਾਧਨਾ ਕੀਤੀ ਜਾਂਦੀ ਹੈ ਤਾਂ ਉਸ ਸਾਧਕ ਦਾ ਸਾਹਮਣਾ ਬਿਖਮ ਸਾਗਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ ਅਵਗੁਣ ਜੋ ਸਰੀਰ ਦੇ ਵਿੱਚ ਹੀ ਹਨ, ਜੀਵ ਦਾ ਅਤੇ ਪਰਮਾਤਮਾ ਦੇ ਵਿਚਕਾਰ ਦਾ ਜਿਹੜਾ ਗੈਪ ਹੈ, ਫਾਸਲਾ ਹੈ, ਉੱਥੇ ਉਹਨਾਂ ਦੀ ਸ਼ਕਤੀ ਹੈ, ਉੱਥੇ ਉਹਨਾਂ ਦਾ ਰਾਜ ਹੈ। ਉਹ ਫਿਰ ਰੋਕਦੇ ਹਨ ਅੱਗੇ ਵਧਣ ਤੋਂ ਸੁਰਤੀ ਨੂੰ। ਕਈ ਤਰ੍ਹਾਂ ਦਾ ਰੁਕਾਵਟ ਪੈਂਦੀ ਹੈ। ਇਸ ਤਰ੍ਹਾਂ ਦੇ ਬਚਨ ਇਸ ਮਹਾਰਾਜ ਇਸ ਸ਼ਬਦ ਦੇ ਵਿੱਚ ਕਰ ਰਹੇ ਹਨ। ਆਓ ਸਤਿਗੁਰਾਂ ਦੇ ਪਾਵਨ ਸ਼ਬਦਾਂ ਦੀ ਵਿਚਾਰ ਆਰੰਭ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੀ। ਮਹਾਰਾਜ ਫਰਮਾਨ ਕਰਦੇ ਹਨ ਕਿ ਇਹ ਜਿਹੜੇ ਰਸਤੇ ਦੇ ਵਿੱਚ ਭਵਜਲ ਹੈ, ਜਿਹੜੇ ਕਾਮ ਕ੍ਰੋਧ ਰੁਕਾਵਟ ਬਣਦੇ ਨੇ ਸਾਨੂੰ ਅੰਮ੍ਰਿਤ ਪੀਣ ਦੇ ਰਸਤੇ ਵਿੱਚ, ਜੋ ਅੰਮ੍ਰਿਤ ਨੂੰ ਲੁੱਟ ਲੈਂਦੇ ਹਨ, ਜੋ ਜੀਵਨ ਨੂੰ ਦੁਖੀ ਕਰਦੇ ਹਨ, ਭਾਵੇਂ ਕਿ ਇਹ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਸ਼ਕਤੀਆਂ ਹੀ ਹਨ, ਸਾਡੇ ਸਰੀਰ ਦੇ ਵਿੱਚ ਨਿਵਾਸ ਕਰਦੀਆਂ ਹਨ। ਕਾਮ ਵੀ ਸਰੀਰ ਦੇ ਵਿੱਚ ਹੈ, ਕ੍ਰੋਧ ਵੀ ਸਰੀਰ ਦੇ ਵਿੱਚ ਹੈ। ਬਣਾਇਆ ਇਸ ਨੂੰ ਅਕਾਲ ਪੁਰਖ ਨੇ ਹੈ, ਪਰ ਇਹ ਜਦੋਂ ਜੀਵਨ ਦੇ ਵਿੱਚ ਮਾਤਰਾ ਇਹਨਾਂ ਦੀ ਵੱਧ ਜਾਂਦੀ ਹੈ, ਪਰਸੈਂਟੇਜ ਵੱਧ ਜਾਂਦੀ ਹੈ, ਮਰਿਆਦਾ ਤੋਂ ਬਾਹਰ ਹੋ ਜਾਂਦੇ ਹਨ,
ਤਾਂ ਜਿਹੜਾ ਅੰਮ੍ਰਿਤ ਮਨੁੱਖ ਨੇ ਪੀਣਾ ਸੀ ਉਹ ਇਹ ਲੁੱਟ ਲੈਂਦੇ ਨੇ। ਹੌਲੀ ਹੌਲੀ ਇਹ ਜੀਵਨ 'ਤੇ ਇੰਨੇ ਭਾਰੂ ਹੋ ਜਾਂਦੇ ਨੇ ਕਿ ਮਨੁੱਖ ਸੁਣ ਕੇ ਵੀ, ਸਾਰੀਆਂ ਗੱਲਾਂ ਕਥਾ ਵਿਚਾਰਾਂ ਪੜ੍ਹ ਕੇ ਵੀ, ਸਭ ਕੁਝ ਕਰਕੇ ਪਤਾ ਹੁੰਦਿਆਂ ਵੀ ਕਿ ਜੀਵਨ ਦਾ ਨੁਕਸਾਨ ਕਰਦੇ ਨੇ, ਇਹ ਮਨੁੱਖ ਦੇ ਹੱਥੋਂ ਨਿਕਲ ਜਾਂਦੇ ਨੇ, ਇਹਦੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ। ਉਹਦਾ ਕਾਰਨ ਇਹ ਹੈ ਵੀ ਇਹਨਾਂ ਦੇ ਵਿੱਚ ਸੁਰਤੀ ਜ਼ਿਆਦਾ ਟਾਈਮ ਰਹਿੰਦੀ ਹੈ। 24 ਘੰਟਿਆਂ ਦੇ ਵਿੱਚੋਂ ਪਾਠ ਤਾਂ ਕੀਤਾ 15-20 ਮਿੰਟ, ਤੇ ਉਹਦੇ ਵਿੱਚ ਵੀ ਮਨ ਬਾਹਰ ਚਲਾ ਗਿਆ। ਤੇ ਇਹ ਜਿਹੜਾ ਸੰਸਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਹੋਰ ਚੀਜ਼ਾਂ ਹਨ, ਇਹਨਾਂ ਦਾ ਅਭਿਆਸ 23-23.5 ਘੰਟੇ ਬਣ ਜਾਂਦਾ ਹੈ। ਹੁਣ ਤੁਸੀਂ ਆਪ ਸੋਚੋ ਵੀ ਇੱਕ ਕੰਮ ਆਪਾਂ 23 ਘੰਟੇ ਕਰਨੇ ਆ, ਇੱਕ ਅੱਧਾ ਘੰਟਾ ਕਰਨੇ ਆ, ਪ੍ਰਭਾਵ ਕਿਹਦਾ ਪਏਗਾ ਜ਼ਿਆਦਾ? ਫਿਰ ਇਹਦਾ ਇਲਾਜ ਕੀ ਹੈ? ਇਹਦਾ ਇਲਾਜ ਹੈ ਕਿ ਸਹਿਜੇ ਸਹਿਜੇ ਇਹਦਾ ਟਾਈਮ ਵਧਾਇਆ ਜਾਏ, ਉਧਰ ਘਟਾਇਆ ਜਾਏ। ਸਿੱਧੀ ਜੀ ਹਿਸਾਬ ਹੈ, ਇਹਦੇ ਵਿੱਚ ਬਹੁਤਾ ਸੋਚਣ ਵਾਲੀ ਗੱਲ ਨਹੀਂ ਹੈ। ਜਿਹੜੀ ਚੀਜ਼ ਨੂੰ ਅਸੀਂ ਟਾਈਮ ਜ਼ਿਆਦਾ ਦਿੰਦੇ ਹਾਂ, ਉਹਦੇ ਵਾਸਤੇ ਗੁਰੂ ਸਾਹਿਬ ਨੇ ਗੁਰਸਿੱਖ ਨੂੰ ਸਵੇਰ ਦਾ ਨਿਤਨੇਮ ਬਖਸ਼ਿਆ ਹੈ, ਸ਼ਾਮ ਦਾ ਨਿਤਨੇਮ ਬਖਸ਼ਿਆ ਹੈ। ਉਹ ਨਿਤਨੇਮ ਰਿਆਇਤ ਕੀਤੀ ਸਾਡੇ ਨਾਲ। ਜਦੋਂ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਰਿਆਇਤ ਉਹਨੂੰ ਕਹਿੰਦੇ ਵੀ ਕੰਮ ਥੋੜ੍ਹਾ ਕੀਤਾ ਸੀ ਤੇ ਮਿਲ ਜ਼ਿਆਦਾ ਕੁਝ ਜਾਣਾ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾ, ਤੂੰ 24 ਘੰਟਿਆਂ ਦਾ 10ਵਾਂ ਹਿੱਸਾ ਜੇ ਕੱਢ ਲੈ, 24 ਘੰਟਿਆਂ ਦਾ 10ਵਾਂ ਹਿੱਸਾ 2.5 ਘੰਟੇ ਬਣਦਾ ਹੈ। ਜੇ ਤੂੰ 2.5 ਘੰਟੇ ਨਿਤਨੇਮ ਸਿਮਰਨ ਕਰ ਲਵੇਂ, ਤੇ ਜਿਹੜੇ ਤੇਰੇ ਬਾਕੀ ਦੇ 22.5 ਘੰਟੇ ਹਨ, ਉਹ ਸਾਰੇ ਦੇ ਸਾਰੇ ਜਿਹੜੇ ਹਨ ਲੇਖੇ ਵਿੱਚ ਲੱਗ ਜਾਣਗੇ। ਗੁਰੂ ਦੀ ਇਹੀ ਵਿਸ਼ੇਸ਼ਤਾ ਹੈ ਕਿ ਗੁਰੂ ਸਾਹਿਬ ਰਿਆਇਤ ਕਰ ਦਿੰਦੇ ਨੇ। ਇੱਕ ਕਦਮ ਸਿੱਖ ਤੁਰ ਕੇ ਜਾਏ ਤੇ ਮਹਾਰਾਜ ਹਜ਼ਾਰਾਂ ਕਦਮ ਅੱਗੋਂ ਲੈਣ ਵਾਸਤੇ ਆਉਂਦੇ ਨੇ। ਤੁਰੇ ਤਾਂ ਸਹੀ ਕੋਈ, ਹਾਂ ਸਾਬਤ ਮਨ ਦੇ ਨਾਲ ਤੁਰੇ ਤੇ ਤਾਂ ਹੈ। ਜੇ ਮਨ ਦੇ ਵਿੱਚ ਦੁਬਿਧਾ ਹੈ, ਜੇ ਮਨ ਦੇ ਵਿੱਚ ਦਵੈਤ ਹੈ, ਉਧਰ ਵੀ ਝਾਕਦਾ ਉਧਰ ਵੀ ਝਾਕਦਾ ਹੈ, ਤੇ ਫਿਰ ਕੰਮ ਨਹੀਂ ਹੋ ਸਕਦਾ। ਇਸ ਕਰਕੇ ਕਹਿੰਦੇ ਇਹਨਾਂ ਕਾਮ ਤੇ ਕ੍ਰੋਧ ਨੂੰ ਜਾਰੇ ਮੈਨੇ ਸਾੜ ਦਿੱਤੇ ਹਨ ਉਹਨਾਂ ਨੇ, ਕਿਉਂਕਿ ਇਹ ਵਿਖ ਹਨ। ਵਿਖ ਮੈਨੇ ਜ਼ਹਿਰ ਨੂੰ ਸਾੜ ਕੇ ਉਹਦੀ ਦਵਾਈ ਬਣ ਜਾਂਦੀ ਹੈ। ਜਿਵੇਂ ਸੰਖੀਆ ਹੁੰਦਾ ਹੈ, ਜਿੰਨੀਆਂ ਦੇਸੀ ਦਵਾਈਆਂ ਹਨ, ਹਕੀਮ ਹਨ ਜਿਹੜੇ, ਇਹ ਸਾਧ ਸੰਗਤ ਜੀ ਇੱਥੋਂ ਤੱਕ ਜ਼ਹਿਰ ਨੂੰ ਸਾੜ ਕੇ ਬਣਾਈਆਂ ਜਾਂਦੀਆਂ ਨੇ। ਪਾਰੇ ਨੂੰ ਤੁਸੀਂ ਸਿੱਧਾ ਮੂੰਹ ਵਿੱਚ ਪਾ ਲਓ ਤੇ ਸਰੀਰ ਨੂੰ ਸਾੜ ਗਾਲ ਕੇ ਰੱਖ ਦੇਗਾ, ਪਰ ਉਸ ਪਾਰੇ ਨੂੰ ਜੇ ਇੱਕ ਜਾਣਕਾਰ ਹਕੀਮ ਜਿਹੜਾ ਹੈ ਤਰੀਕੇ ਦੇ ਨਾਲ ਉਹਨੂੰ ਮਾਰਦਾ, ਯਾਨੀ ਕਿ ਉਹਨੂੰ ਸਾੜਦਾ ਹੈ ਤੇ ਉਹਦੀ ਭਸਮ ਬਣਾਉਂਦਾ ਹੈ, ਤੇ ਉਹ ਭਸਮ ਰੋਗਾਂ ਨੂੰ ਕੱਟਦੀ ਹੈ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕਾਮ ਦੀ ਸ਼ਕਤੀ ਹੈ। ਇਸ ਕਾਮ ਦੀ ਸ਼ਕਤੀ ਨੂੰ ਗੁਰੂ ਕੇ ਸ਼ਬਦ ਦੀ ਅਗਨੀ ਦੇ ਵਿੱਚ, ਗੁਰੂ ਕਾ ਸਿੱਖ ਗੁਰੂ ਕੀ ਅਗਵਾਈ ਦੇ ਵਿੱਚ ਜਦੋਂ ਸਾੜਦਾ ਹੈ, ਤੇ ਇਹ ਕਾਮ ਹੀ ਪਰਮਾਤਮਾ ਦਾ ਰਸ ਬਣ ਜਾਂਦਾ ਹੈ, ਲੋਭ ਹੀ ਪਰਮਾਤਮਾ ਦਾ ਰਸ ਬਣ ਜਾਂਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਇਸ ਸਰੀਰ ਦੇ ਵਿੱਚ ਕਹਿੰਦੇ ਰੱਤ ਨਹੀਂ ਹੋਣੀ ਚਾਹੀਦੀ। ਜੇ ਪਰਮਾਤਮਾ ਦੇ ਘਰ ਜਾਣਾ ਹੈ ਨਾ, ਉਹਦੇ ਘਰ ਵਿੱਚ ਪ੍ਰਵਾਨਗੀ ਲੈਣੀ ਹੈ। ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰੱਤੇ ਹੋਏ ਨੇ, ਉਹਨਾਂ ਦੇ ਸਰੀਰ ਵਿੱਚ ਰੱਤ ਹੀ ਨਹੀਂ ਹੁੰਦੀ। ਇਹ ਬਾਣੀ ਵਿੱਚ ਸ਼ਬਦ ਆਏ ਨੇ, ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਜਿਹੜੇ ਰੱਤੀ ਦਾ ਮਤਲਬ ਰੱਤੇ ਹੋਏ ਨੇ ਪਰਮਾਤਮਾ ਦੇ ਨਾਮ ਦੇ ਵਿੱਚ, ਉਹਨਾਂ ਦੇ ਸਰੀਰ ਦੇ ਵਿੱਚ ਰੱਤ ਨਹੀਂ ਹੁੰਦੀ, ਖੂਨ ਨਹੀਂ ਹੁੰਦਾ। ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਲੋਭ ਰਤ ਨਾ ਹੋਏ।
ਭਾਵ ਖੂਨ ਤਾਂ ਹੁੰਦਾ ਹੀ ਹੈ, ਖੂਨ ਤੋਂ ਬਿਨਾਂ ਤੇ ਸਰੀਰ ਚੱਲਦਾ ਨਹੀਂ। ਪਰ ਸਾਧ ਸੰਗਤ ਜੀ, ਸਰੀਰ ਦੇ ਵਿੱਚ ਜਿਹੜਾ ਲੋਭ ਦਾ ਖੂਨ ਹੈ, ਜਿਹੜਾ ਕਾਮ ਦਾ ਖੂਨ ਹੈ, ਉਹ ਨਾਮ ਦੀ ਜਿਹੜੀ ਸ਼ਕਤੀ ਹੈ ਉਹ ਸਾੜ ਕੇ ਉਹਦਾ ਦਵਾਈ ਬਣਾ ਦਿੰਦੀ ਹੈ। ਕਾਮ ਕ੍ਰੋਧ ਵਿਖ ਜਾਰੇ ਕਿਵੇਂ ਗੁਣ ਗਾਵੋ ਪੂਰਨ ਅਬਨਾਸੀ। ਹੁਣ ਵਾਹਿਗੁਰੂ ਜਿਹੜਾ ਨਾ ਉਹ ਪੂਰੀ ਤਰ੍ਹਾਂ ਅਬਨਾਸੀ ਹੈ, ਕੋਈ ਇਹ ਨਹੀਂ ਕਿ ਮਾੜੀ ਮੋਟੀ ਗੱਲ ਹੈ। ਮਹਾਰਾਜ ਨੇ ਪੂਰਨ ਕਿਹਾ। ਅਬਨਾਸੀ ਦਾ ਮਤਲਬ ਇਹਦੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਕਿ ਉਹ ਸਦਾ ਰਹੇਗਾ ਕਿ ਨਹੀਂ ਰਹੇਗਾ, ਉਹ ਲਗਾਤਾਰ ਹੀ ਹੈ। ਲਗਾਤਾਰ ਇੱਕ ਰਸ ਉਹਦਾ ਇੱਕ ਹੋਂਦ ਹੈ, ਪ੍ਰਕਾਸ਼ ਹੈ ਸਾਰੇ ਥਾਵਾਂ 'ਤੇ। ਮਹਾਰਾਜ ਕਹਿੰਦੇ ਉਹਦੇ ਗੁਣ ਗਾਓ। ਜਿਨ੍ਹਾਂ ਨੇ ਗੁਣ ਗਾਏ ਹਨ ਉਹਨਾਂ ਨੇ ਕਾਮ ਤੇ ਕ੍ਰੋਧ ਦੇ ਜਿਹੜੇ ਜ਼ਹਿਰ ਰੂਪ ਹਨ ਜੀਵਨ ਦੇ ਵਿੱਚੋਂ ਸਾੜ ਦਿੱਤੇ ਹਨ। ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਦਾਰੀ। ਜਦੋਂ ਨਾਮ ਜਪਦਾ ਮਨੁੱਖ ਤੇ ਰਸਤੇ ਦੇ ਵਿੱਚ ਪਰਮਾਤਮਾ ਤੱਕ ਪਹੁੰਚਣ ਵਾਸਤੇ ਸਾਧ ਸੰਗਤ ਜੀ ਮਹਾ ਬਿਖਮ ਅਗਨ ਕੋ ਸਾਗਰ ਆਉਂਦਾ। ਅਗਨੀ ਦਾ ਸਾਗਰ ਕਿਹੜਾ? ਜਿਹੜੇ ਅਸੀਂ ਪਿਛਲੇ ਪੁਰਾਣੇ ਕੀਤੇ ਹੋਏ ਕਰਮ ਆਦਿਕ ਹਨ ਉਹ ਰਸਤਾ ਰੋਕ ਕੇ ਖਲੋ ਜਾਂਦੇ ਨੇ। ਤਾਂ ਹੀ ਤੇ ਬਹੁਤੇ ਲੋਕ ਧਾਰਮਿਕ ਦੁਨੀਆ ਦੇ ਵਿੱਚ ਪ੍ਰਵੇਸ਼ ਕਰਕੇ ਵੀ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ। ਜੇ ਕੋਈ ਕਰਦਾ ਵੀ ਥੋੜ੍ਹਾ ਚਿਰ ਕਰਕੇ ਛੱਡ ਪੈਂਦਾ, ਕਿਉਂਕਿ ਉਹ ਜਿਨ੍ਹਾਂ ਨੇ ਮਹਾਰਾਜ ਦੇ ਅੰਦਰ ਬਾਣੀ ਦੇ ਵਿੱਚ ਫਰਮਾਨ ਆਇਆ ਵੀ ਡੇਰਾ ਪਾਇਆ ਹੋਇਆ ਨਾ ਜਿਨ੍ਹਾਂ ਨੇ ਕਾਮ ਕ੍ਰੋਧ, ਉਹ ਕਹਿੰਦੇ ਵੀ ਮੈਂ ਤਾਂ ਰਹਿਣਾ ਤੇਰੇ ਜੀਵਨ ਵਿੱਚ 10 ਜਨਮਾਂ ਦਾ, ਤੇ ਤੂੰ ਮੈਨੂੰ ਕਿਵੇਂ ਕੱਢ ਲਏਗਾ ਵਿੱਚੋਂ। ਮਹਾ ਬਿਖਮ, ਬੜਾ ਔਖਾ ਉਹਨਾਂ ਨੂੰ ਕੱਢਣਾ। ਗੁਰੂ ਨੂੰ ਮਿਲ ਕੇ ਹੀ ਕੱਢਿਆ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਹਉ ਗੋਸਾਈ ਦਾ ਪਹਿਲ ਬਾਂਦੜਾ, ਮੈਂ ਗੁਰ ਮਿਲ ਊਚ ਦੁਮਾਲੜਾ। ਗੁਰੂ ਕਿਰਪਾ ਕਰੇ। ਮਹਾ ਬਿਖਮ ਅਗਨ ਕੋ ਸਾਗਰ, ਇਹ ਵਿਕਾਰਾਂ ਦਾ ਸਾਗਰ ਜਿਹੜਾ ਸਾਧੂ ਸੰਗ ਉਧਾਰੇ। ਗੁਰੂ ਕੀ ਸੰਗਤ ਦੇ ਵਿੱਚ, ਸਾਧੂਆਂ ਦੀ ਸੰਗਤ ਦੇ ਵਿੱਚ ਗੁਰੂ ਕੀ ਬਾਣੀ ਦੇ ਆਧਾਰ ਦੇ ਉੱਤੇ ਚੱਲ ਕੇ ਉਧਾਰ ਕੀਤਾ ਹੈ। ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਜਦੋਂ ਇਹ ਦਾਤ ਮਿਲਦੀ ਹੈ ਤੇ ਇਹ ਬਾਣੀ ਜਿਹੜੀ ਹੈ, ਬਾਣੀ ਤੋੜਦੀ ਹੈ, ਇਸ ਚਿੰਤਾ ਨੂੰ ਦੂਰ ਕਰਦੀ ਹੈ, ਇੱਕ ਪਾਸੇ ਕਰਦੀ। ਮਹਾਰਾਜ ਫਰਮਾਨ ਕਰਦੇ, ਇੱਕ ਵਾਰੀ ਸਾਰੇ ਹਾਜ਼ਰੀ ਲਵਾਓ। ਪਰਮੇਸ਼ਰ ਦਿੱਤਾ ਬੰਨਾ, 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 ਪਰਮੇਸ਼ਰ ਦਿੱਤਾ ਬੰਨਾ। ਦੁਖ ਰੋਗ ਕਾ ਡੇਰਾ ਭੰਨਾ, ਦੁਖ ਰੋਗ ਕਾ ਡੇਰਾ ਭੰਨਾ, ਕਾ ਡੇਰਾ ਭੰਨਾ, ਦੁਖ ਰੋਗ ਕਾ ਡੇਰਾ ਭੰਨਾ, ਦੁਖ ਰੋਗ ਕਾ ਡੇਰਾ ਭੰਨਾ, ਦੁਖ ਰੋਗ ਕਾ ਡੇਰਾ ਭੰਨਾ, ਦੁਖ ਕਾ ਡੇਰਾ ਭੰਨਾ, ਦੁਖ ਰੋਗ ਕਾ ਡੇਰਾ ਭੰਨਾ। ਤੁਰ ਕੀ ਬਾਣੀ ਆਈ, 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 ਤੁਰ ਕੀ ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ, ਤਿਨ ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ।
ਦੁਖ ਰੋਗ ਕਾ ਡੇਰਾ ਪੰਨਾ, ਦੁਖ ਰੋਗ ਕਾ ਡੇਰਾ ਪੰਨਾ, ਦੁਖ ਰੋਗ ਕਾ ਡੇਰਾ ਪੰਨਾ, ਦੁਖ ਰੋਗ ਕਾ ਡੇਰਾ ਪੰਨਾ। ਮਹਾਂ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚੋਂ ਇਹ ਕਾਮ ਕ੍ਰੋਧ ਜਿਹੜੀਆਂ ਰੁਕਾਵਟਾਂ ਸਨ, ਇਹ ਖਤਮ ਹੋ ਗਈਆਂ। ਮਹਾਰਾਜ ਕਹਿੰਦੇ ਹਨ, ਪੂਰਾ ਗੁਰ ਮਿਟਿਓ ਭਰਮ ਅੰਧੇਰਾ। ਹੁਣ ਇਹ ਅਵਸਥਾ ਹੈ ਵੀ ਉਦੋਂ ਅਵਸਥਾ ਕੀ ਬਣਦੀ ਹੈ ਜਦੋਂ ਕਾਮ ਕ੍ਰੋਧ ਮਿਟ ਜਾਂਦੇ ਨੇ। ਜਦੋਂ ਗੁਰਸਿੱਖ ਗੁਰਮੁਖ ਦੇ ਅੰਦਰੋਂ ਕਾਮ ਕ੍ਰੋਧ ਮਿਟ ਜਾਂਦੇ, ਉਦੋਂ ਅਵਸਥਾ ਕੀ ਬਣਦੀ ਹੈ? ਪੂਰੇ ਗੁਰੂ ਨੇ, ਕਿਉਂਕਿ ਗੁਰੂ ਵੀ ਪੂਰਾ ਹੀ ਹੋਵੇ ਨਾ, ਜਿਹੜਾ ਅਕਾਲ ਪੁਰਖ ਦੀ ਗੱਲ ਕਰੇ। ਠੀਕ ਹੈ, ਸੰਸਾਰ ਦੀਆਂ ਚੀਜ਼ਾਂ ਦੀ ਲੋੜ ਹੁੰਦੀ ਬੰਦੇ ਨੂੰ, ਸਰੀਰ ਦੇ ਦੁੱਖ ਰੋਗ ਵੀ ਹੁੰਦੇ ਨੇ, ਇਹ ਗੱਲ ਮੰਨਣ ਵਾਲੀ ਹੈ। ਸਿੱਖ ਅਰਦਾਸ ਕਰਦਾ ਹੈ ਗੁਰੂ ਘਰ ਦੇ ਵਿੱਚ, ਪਰ ਪੂਰਾ ਗੁਰੂ ਜਿਹੜਾ ਨਾ ਅਕਾਲ ਦੀ ਗੱਲ ਕਰਦਾ ਹੈ, ਕਾਲ ਦੀ ਗੱਲ ਨਹੀਂ ਕਰਦਾ ਕੱਲੀ। ਤੇ ਜਿਹੜਾ ਕੱਚਾ ਗੁਰੂ ਹੈ ਉਹ ਇਹਨੂੰ ਧਰਮ ਕਹਿੰਦਾ ਵੀ ਆਪਣਾ ਚਮਤਕਾਰ ਜੀ, ਫਲਾਣਾ ਜੀ, ਕਿਸੇ ਦੇ ਸਿਰ ਤੇ ਹੱਥ ਰੱਖ ਕੇ ਡੇਗ ਦਿਓ, ਕਿਸੇ ਦੇ ਸਿਰ ਤੇ ਹੱਥ ਰੱਖ ਕੇ ਖੜਾ ਕਰ ਦਿਓ। ਇਹ ਧਰਮ ਹੁੰਦਾ ਕੋਈ? ਇਹ ਤੇ ਦੁਨੀਆ ਦੀ ਤ੍ਰੈ ਗੁਣੀ ਵਰਤਾਰਾ ਹੈ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਧਰਮ ਦੇ ਅਰਥ ਨੇ ਕਿ ਮਨੁੱਖ ਦੀ ਚੇਤਨਾ ਡਿਵੈਲਪਮੈਂਟ ਹੁੰਦੀ ਹੈ, ਤਬਦੀਲ ਹੁੰਦੀ ਹੈ, ਉਹਦੀ ਜਿਹੜੀ ਭਾਵਨਾਵਾਂ ਨੇ, ਉਹਦੇ ਜਿਹੜੇ ਅੰਦਰ ਉਹਦੀਆਂ ਤਰੰਗਾਂ ਬਦਲਦੀਆਂ ਨੇ, ਉਹਦਾ ਜੀਵਨ ਬਦਲਦਾ, ਜੜ ਬਦਲਦੀ ਹੈ। ਇਹ ਤਾਂ ਛੋਟੀਆਂ ਜੀਆਂ ਗੱਲਾਂ ਨੇ, ਇਹ ਤੇ ਮਦਾਰੀ ਵਾਲੇ ਵੀ ਕਰਦੇ ਫਿਰਦੇ ਨੇ, ਡੁਗ ਡੁਗੀ ਵਜਾਉਂਦੇ ਫਿਰਦੇ ਨੇ ਪਿੰਡਾਂ ਦੇ ਵਿੱਚ। ਮਦਾਰੀਆਂ ਵਾਲੇ ਬਾਂਦਰ ਨਚਾਉਂਦੇ ਫਿਰਦੇ ਨੇ, ਕਈ ਕੁਝ ਕਰਦੇ ਫਿਰਦੇ। ਇਹ ਕੋਈ ਧਰਮ ਹੁੰਦਾ ਹੈ? ਇਸ ਤਰ੍ਹਾਂ ਦੀਆਂ ਇਹ ਕੱਚੇ ਗੁਰੂ ਕਰ ਸਕਦੇ ਨੇ, ਕੱਚੇ ਲੋਕ ਕਰ ਸਕਦੇ। ਜਿਹੜਾ ਪੱਕਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਪੂਰਾ ਗੁਰ ਮੇਟਿਓ ਭਰਮ ਅੰਧੇਰਾ। ਪੂਰੇ ਗੁਰੂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, 10 ਪਾਤਸ਼ਾਹੀਆਂ ਨੇ ਆਪਣੇ ਸਿੱਖ ਦਾ ਜਿਹੜਾ ਭਰਮ ਯਾਨੀ ਕਿ ਉਹ ਚੀਜ਼ ਮੰਨਣੀ ਜਿਹੜੀ ਨਾ ਹੋਵੇ, ਤੇ ਜਿਹੜੀ ਹੋਵੇ ਉਹਨੂੰ ਚੇਤਾ ਨਾ ਕਰਨਾ। ਭਰਮ ਕਿਹਨੂੰ ਕਹਿੰਦੇ ਨੇ? ਸਾਦੇ ਲਫ਼ਜ਼ਾਂ ਦੇ ਵਿੱਚ ਭਰਮ ਦੇ ਅਰਥ ਅਗਿਆਨ, ਉਹ ਚੀਜ਼ਾਂ ਨੂੰ ਮੋਹ ਕਰਨਾ ਜੋ ਸਾਡੀਆਂ ਨਹੀਂ, ਤੇ ਜੋ ਸਾਡੀ ਚੀਜ਼ ਨਾਲ ਰਹਿਣ ਵਾਲੀ ਏ ਉਹਦੇ ਬਾਰੇ ਕਦੀ ਵੀ 5-10 ਮਿੰਟ ਨਾ ਕੱਢਣੇ। ਨਾਲ ਕੀ ਰਹਿਣ ਵਾਲਾ? ਨਾਲ ਤੇ ਇੱਕੋ ਪਰਮੇਸ਼ਰ ਦਾ ਨਾਮ ਹੈ, ਉਹਦੀ ਬੰਦਗੀ ਹੈ, ਚੰਗਿਆਈ ਹੈ, ਅਕਾਲ ਪੁਰਖ ਦੇ ਨਾਲ ਪਿਆਰ ਕੀਤਾ, ਉਹ ਨਾਲ ਜਾਣਾ ਹੈ। ਇਹ ਸਾਰਾ ਦਿਨ 24 ਘੰਟੇ ਕਾਹਦੇ ਵਿੱਚ ਲਾ ਦਿੰਦਾ ਹੈ? ਇਹ ਸੱਤ ਕਰਕੇ ਜਾਣਦਾ ਹੈ। ਗੁਰੂ ਸਾਹਿਬ ਨੇ ਤੇ ਕਿਹਾ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਬਾਣੀ ਵਿੱਚ ਜੋ ਲਿਖਿਆ ਉਹਨੂੰ ਸਤ ਕਰਕੇ, ਭਾਵ ਉਹਦੇ ਉੱਤੇ ਹੁਣ ਤੁਹਾਨੂੰ ਹੋਰ ਸੋਚਣ ਦੀ ਲੋੜ ਨਹੀਂ ਹੈ। ਤੇ ਜੋ ਕੁਝ ਆ ਦ੍ਰਿਸ਼ਟਮਾਨ ਹੈ, ਦ੍ਰਿਸ਼ਟਮਾਨ ਹੈ ਸਗਲ ਮਿਥੇਨਾ। ਮਿਥੇਨਾ ਮੈਨੇ ਫਿਕਸਿੰਗ ਹੈ, ਇਹਦੇ ਵਿੱਚ ਮਿਥਿਆ ਹੋਇਆ ਹੈ, ਇਹ ਅਸਲ ਵਿੱਚ ਸੱਚ ਨਹੀਂ ਹੈ। ਜਿਹੜਾ ਇਸ ਅਵਸਥਾ ਵਿੱਚ ਜਿਉਂਦਾ ਉਸ ਨੂੰ ਗਿਆਨਵਾਨ ਕਹਿੰਦੇ ਨੇ। ਇਸ ਕਰਕੇ ਕਹਿੰਦੇ ਪੂਰੇ ਗੁਰੂ ਨੇ ਆਪਣੇ ਸਿੱਖ ਦੇ ਅੰਦਰੋਂ ਅਗਿਆਨ ਭਰਮ ਦਾ ਹਨੇਰਾ ਜਿਹੜਾ ਸੀ, ਅਵਿਦਿਆ ਦੂਰ ਕਰ ਦਿੱਤੀ ਹੈ। ਭਜ ਪ੍ਰੇਮ ਭਗਤ ਪ੍ਰਭ ਨੀਰਾ। ਇਹ ਕਿਵੇਂ ਹੋਇਆ ਹੈ? ਭਜਨ ਕਰਕੇ। ਭਜ ਮੈਨੇ ਭਜਨ ਕਰਨਾ, ਵਾਹਿਗੁਰੂ ਦਾ ਭਜਨ ਕਰਕੇ। ਤੇ ਭਜਨ ਕਿਵੇਂ ਕੀਤਾ ਇਹ ਵੀ ਦੱਸ ਦਿੱਤਾ ਹੈ। ਭਜਨ ਕੀਤਾ ਪ੍ਰਭ ਨੇਰਾ, ਵਾਹਿਗੁਰੂ ਨੂੰ ਨੇੜੇ ਜਾਣ ਕੇ। ਮਹਾਰਾਜ ਨੇ ਇੱਥੇ ਇਸ਼ਾਰਾ ਕਰ ਦਿੱਤਾ ਵੀ ਇਹ ਭਰਮ ਦੁੱਖ ਕਿਵੇਂ ਟੁੱਟੇਗਾ। ਅਸੀਂ ਦੂਰ ਸੋਚ ਕੇ ਕਰਨੇ ਆ ਵੀ ਗੁਰੂ ਸਾਹਿਬ ਕਿਤੇ ਉੱਥੇ ਦੂਰ ਹੋਣਗੇ, ਕਿਤੇ 500-700 ਕਿਲੋਮੀਟਰ। ਮਹਾਰਾਜ ਕਹਿੰਦੇ ਮੈਂ ਤਾਂ ਤੇਰੇ ਆਲੇ ਦੁਆਲੇ ਹਾਂ, ਤੂੰ ਮੈਨੂੰ ਦੂਰ ਸਮਝੀ ਜਾਂਦਾ। ਜੋਤ ਰੂਪ ਦੇ ਵਿੱਚ ਗੁਰੂ ਸਾਰੇ ਥਾਵਾਂ ਤੇ ਮੌਜੂਦ ਹੈ। ਸਾਡੇ ਅੰਦਰ ਵੀ ਮੌਜੂਦ ਹਨ ਸਤਿਗੁਰੂ ਜੀ, ਬਾਹਰ ਵੀ ਮੌਜੂਦ ਹਨ। ਤੂੰ ਸਭਨੀ ਥਾਈ ਜਿੱਥੇ ਹੋਂ ਜਾਈ, ਸੱਚਾ ਸਿਰਜਣਹਾਰ ਜੀਓ। ਇਸ ਗੱਲ ਨੂੰ ਭਰੋਸੇ ਵਿੱਚ ਲੈ ਕੇ, ਵਿਸ਼ਵਾਸ ਵਿੱਚ ਲੈ ਕੇ ਨਾਮ ਜਪਣਾ। ਕੱਲਾ ਨਾਮ ਨਹੀਂ ਜਪਣਾ, ਹਜ਼ੂਰੀ ਵਿੱਚ ਰਹਿ ਕੇ ਨਾਮ ਜਪਣਾ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਿ ਜਿਹੜਾ ਭਜ ਪ੍ਰੇਮ ਭਗਤ,
ਫਿਰ ਪ੍ਰੇਮ ਨਾਲ ਜਪਣਾ, ਵੈਸੇ ਨਹੀਂ ਜਪਣਾ, ਖਾਲੀ ਮਸ਼ੀਨ ਵਾਂਗੂ ਨਹੀਂ ਕਰੀ ਜਾਣਾ। ਪ੍ਰੇਮ ਨਾਲ ਜਪਣਾ ਤੇ ਨੇੜੇ ਸਮਝ ਕੇ ਜਪਣਾ ਹੈ। ਨੇੜੇ ਤੋਂ ਨੇੜੇ ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਫਿਰ ਵੇਖੋ ਥੋੜੇ ਦਿਨਾਂ ਦੇ ਵਿੱਚ ਅਜੇ ਨਹੀਂ ਨਜ਼ਰ ਆਏਗਾ ਨੇੜੇ ਕੋਈ ਹੈ, ਤੇ ਉਹਨੂੰ ਅਰੂਪ ਰੂਪ ਦੇ ਵਿੱਚ ਜਪਣਾ ਹੈ, ਯਾਨੀ ਕਿ ਨਿਰਗੁਣ ਸਰੂਪ ਦੇ ਵਿੱਚ, ਸ਼ਬਦ ਰੂਪ ਦੇ ਵਿੱਚ, ਕਿ ਉਹਦੀ ਜੋਤ ਸਾਰੇ ਪਾਸੇ ਪਸਰ ਰਹੀ ਹੈ, ਸਾਰੇ ਪਾਸੇ ਮੌਜੂਦ ਹੈ। ਸਿੱਖੀ ਵਿੱਚ ਕਨਸੈਪਟ ਹੀ ਇਹਦਾ ਹੈ ਕਿ ਜੋਤ ਲਗਾਤਾਰ ਮੌਜੂਦ ਰਹਿੰਦੀ ਹੈ, ਸਾਰੇ ਥਾਵਾਂ 'ਤੇ ਗੁਰੂ ਦੀ ਜੋਤ ਮੌਜੂਦ ਰਹਿੰਦੀ ਹੈ, ਸਾਰੇ ਪਾਸੇ ਪਰਪੱਕ ਰਹਿੰਦੀ ਹੈ। ਇਸ ਤਰ੍ਹਾਂ ਜੋਤ ਰੂਪ ਜਾਣ ਕੇ, ਨੇੜੇ ਜਾਣ ਕੇ ਵਾਹਿਗੁਰੂ ਦੀ ਉਸਤਤ ਕਰਨੀ ਹੈ। ਨੇੜੇ ਜਾਣ ਕੇ ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ। ਜਦੋਂ ਫਿਰ ਇਸ ਤਰ੍ਹਾਂ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਹਰੀ ਦੇ ਨਾਮ ਦਾ ਜਿਹੜਾ ਨਿਧਾਨ ਖਜ਼ਾਨਾ ਨਾਮ ਹੈ, ਉਸ ਰਸ ਨੂੰ ਗੁਰੂ ਕਾ ਸਿੱਖ ਪੀਂਦਾ ਹੈ। ਇਸ ਸਰੀਰ ਵਿੱਚ ਕੱਲੇ ਕਾਮ ਕ੍ਰੋਧ ਨਹੀਂ, ਇਹਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਇੱਕ ਰਸ ਭਰਿਆ ਹੋਇਆ। ਪਰ ਜਿੰਨਾ ਚਿਰ ਜਪਦਾ ਨਹੀਂ ਉਨਾ ਚਿਰ ਪੀਤਾ ਨਹੀਂ ਜਾ ਸਕਦਾ। ਨਾਮ ਜਪ ਕੇ ਹੀ, ਮਹਾਰਾਜ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦੇ ਅੰਮ੍ਰਿਤ ਪਾਵੋ। ਰਸਨਾ ਦੇ ਨਾਲ ਨਾਮ ਜਪੋਗੇ ਤੇ ਇਸ ਤਰ੍ਹਾਂ ਮਧਾਣੀ ਪਏਗੀ ਸ਼ਬਦ ਸੁਰਤ ਦੀ, ਉਹਦੇ ਨਾਲ ਸਰੀਰ ਦੇ ਵਿੱਚੋਂ ਇਹ ਨਾਮ ਦਾ ਰਸ ਨਿਕਲੇਗਾ, ਇਹਨੂੰ ਗੁਰੂ ਕਾ ਸਿੱਖ ਪੀਏਗਾ। ਉਹਦੇ ਨਾਲ ਮਨ ਤੇ ਤਨ ਦੋਵੇਂ ਅਗਾਈ ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ। ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ। ਐਸੀ ਇੱਕ ਅਵਸਥਾ ਬਣ ਜਾਂਦੀ ਹੈ ਕਿ ਉਸ ਗੁਰਮੁਖ ਨੂੰ ਸਾਰੇ ਥਾਵਾਂ ਤੇ ਪਰਮੇਸ਼ਰ ਦਾ ਸਰੂਪ ਨਜ਼ਰ ਆਉਂਦਾ ਹੈ। ਫਿਰ ਜਦੋਂ ਸਾਰੇ ਥਾਵਾਂ ਤੇ ਉਹਦੀ ਜੋਤ ਪ੍ਰਗਟ ਹੋ ਜਾਂਦੀ ਹੈ, ਚੌਵਾਂ ਪਾਸੇ ਜਗਮਗ ਹੋ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ, ਫਿਰ ਉਹਦਾ ਮਨ ਕਿੱਥੇ ਜਾਏਗਾ ਤੇ ਕਿੱਥੋਂ ਆਏਗਾ? ਭਾਵ ਟਿਕਿਆ ਰਹਿੰਦਾ ਹੈ। ਗੁਰਮੁਖ ਦਾ ਮਨ ਉਸ ਰਸ ਨੂੰ ਪੀਂਦਾ ਲਗਾਤਾਰ ਆਨੰਦ ਦੇ ਵਿੱਚ ਇੱਕੋ ਥਾਂ ਤੇ ਇਕਾਗਰ ਹੋ ਕੇ ਟਿਕਦਾ ਹੈ। ਜਪ ਤਪ ਸੰਜਮ ਗਿਆਨ ਦਤ ਬੀਤਾ, ਜਿਸ ਮਨ ਵਸੈ ਗੋਪਾਲਾ। ਇਹ ਜਿਹੜੇ ਵੱਡੇ ਵੱਡੇ ਗੁਣ ਨੇ, ਜਪ ਤਪ ਤੇ ਮਰਿਆਦਾ ਸੰਜਮ ਤੇ ਤਤ ਬੇਤਾ, ਉਹ ਬਣ ਜਾਂਦਾ, ਯਾਨੀ ਕਿ ਤਤ ਨੂੰ ਜਾਣਨ ਵਾਲਾ ਗੁਰਮੁਖ ਬਣ ਜਾਂਦਾ ਵੀ ਜੀਵਨ ਵਿੱਚ ਅਸਲੀਅਤ ਕੀ ਹੈ ਤੇ ਆਪਾਂ ਕਿਹੜੇ ਚੀਜ਼ ਦੇ ਪਿੱਛੇ ਲੱਗੇ ਹੋਏ ਹਾਂ। ਅਸਲੀਅਤ ਜਦੋਂ ਮੁੱਲ ਪਏਗਾ, ਅੰਦਰ ਕਸਵੱਟੀ ਲੱਗੇਗੀ, ਤੇ ਜਦੋਂ ਅਸਲੀ ਚੀਜ਼ ਦਾ ਪਤਾ ਲੱਗੇਗਾ ਮਨੁੱਖ ਅਸਲੀ ਚੀਜ਼ ਰੱਖੇਗਾ। ਹੁਣ ਵੀ ਆਪਾਂ ਬੈਠੇ ਹਾਂ, ਆਪਾਂ ਕੋਈ ਨਕਲੀ ਰੁਪਈਆ ਸਾਨੂੰ ਦੇ ਦਿਆ, ਅਸੀਂ ਵਗਾ ਦਿੰਦੇ ਹਾਂ ਵੀ ਇਹ ਤੇ ਚੱਲਣਾ ਹੀ ਨਹੀਂ। ਅਸਲੀ ਮਾਇਆ ਰੁਪਈਏ ਜਿਹੜੇ ਨੇ ਵੇਖ ਕੇ ਬੰਦਾ ਚੰਗੀ ਤਰ੍ਹਾਂ ਵੇਖ ਕੇ ਗਿਣ ਕੇ ਲੈਂਦੇ ਨੇ ਵੀ ਵਿੱਚ ਕੋਈ ਇੱਕ ਦਾ ਨਕਲੀ ਤੇ ਨਾ ਹੋਵੇ। ਮਹਾਰਾਜ ਕਹਿੰਦੇ ਜਿਹਦੇ ਨਾਲ ਤੂੰ ਇੰਨਾ ਡੂੰਘਾ ਮੋਹ ਪਾ ਲਿਆ ਨਾ ਸੰਸਾਰ ਦੇ ਨਾਲ, ਇਹ ਜੋ ਕੁਝ ਤੂੰ ਜੋੜ ਕੇ ਰੱਖਿਆ ਹੋਇਆ, ਇਹ ਸਮੇਂ ਦੇ ਮੁਤਾਬਕ ਕੰਮ ਦੇਣ ਵਾਲਾ ਹੈ, ਪਰ ਹੈਣ ਇਹ ਨੋਟ ਨਕਲੀ। ਇਹ ਕਈਆਂ ਦੇ ਹੱਥਾਂ ਵਿੱਚ ਪਹਿਲਾਂ ਆਏ ਨੇ ਤੇ ਅੱਗੋਂ ਕਈਆਂ ਦੇ ਹੱਥਾਂ ਵਿੱਚ ਆਣੇ ਨੇ। ਹੁਣ ਤੂੰ ਵਿਚਲਾ ਮੇਲ ਤੇਰੇ ਕੋਲ ਆ ਗਿਆ, ਬਸ ਇੰਨੀ ਕੁ ਗੱਲ ਸਮਝ ਲੈ। ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਜਦੋਂ ਇਹ ਅਵਸਥਾ ਬਣ ਜਾਂਦੀ ਹੈ ਤਤ ਬੇਤੇ ਦੀ, ਜਿਹਦੇ ਕਿਹਦੀ ਬਣਦੀ ਅਵਸਥਾ? ਜਿਹਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਟਿਕਦਾ ਵਸਦਾ ਹੈ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਕੀ ਪੂਰਨ ਘਾਲਾ। ਉਹਨਾਂ ਗੁਰਮੁਖਾਂ ਦੀ ਘਾਲ ਮੈਨੇ ਕਮਾਈ, ਘਾਲਣਾ ਘਾਲਣੀ, ਮੁਸ਼ੱਕਤ ਕਰਨੀ, ਉਹਨਾਂ ਦੀ ਘਾਲ ਸੰਪੂਰਨ ਹੋ ਜਾਂਦੀ ਹੈ। ਜਿਹੜੇ ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੁਰਮੁਖਾਂ ਨੇ ਨਾਮ ਦਾ ਰਤਨ ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਨਾਮ ਦਾ ਰਸ ਪ੍ਰਾਪਤ ਕਰ ਲਿਆ ਹੈ, ਉਹਨਾਂ ਦੀ ਘਾਲ ਜਿਹੜੀ ਹੈ ਸੰਪੂਰਨ ਹੋ ਜਾਂਦੀ ਹੈ। ਕਲ ਕਲੇਸ਼ ਮਿਟੇ ਸੁ ਦੁਖ ਸਗਲੇ, ਕਾਟੀ ਜਮ ਕੀ ਫਾਸਾ। ਜੀਵਨ ਦੇ ਕਲ ਕਲੇਸ਼ ਸਾਰੇ ਕੱਟੇ ਗਏ, ਸਾਰੇ ਜਿਹੜੇ ਕਲੇਸ਼ ਸਨ ਉਹ ਖਤਮ ਹੋ ਗਿਆ ਜੀਵਨ ਦੇ ਵਿੱਚੋਂ। ਕਲ ਕਲੇਸ਼ ਔਰ ਜਮਾਂ ਦੀ ਫਾਹੀ ਜਿਹੜੀ ਸੀ ਉਹ ਵੱਢੀ ਗਈ, ਖਤਮ ਹੋ ਗਈ। ਭਾਵ ਕਾਲ ਤੋਂ ਪਾਰ ਨਿਕਲ ਗਏ ਨੇ,
ਹੁਣ ਮੌਤ ਦੇ ਹੱਥ ਉਹਨਾਂ ਤੱਕ ਪਹੁੰਚਦੇ ਨਹੀਂ ਹਨ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ। ਕਹਿੰਦੇ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ, ਬਖਸ਼ਿਸ਼ ਕਰ ਦਿੱਤੀ ਹੈ, ਮਨ ਤੇ ਤਨ ਦੋਵੇਂ ਖਿੜ ਗਏ ਹਨ। ਜਦੋਂ ਅੰਦਰ ਨਾਮ ਦੀ ਦਾਤ ਵਸੀ ਹੈ, ਉਦੋਂ ਮਨ ਤੇ ਤਨ ਦੋਵੇਂ ਖੇੜੇ ਵਿੱਚ ਆ ਗਏ ਹਨ। ਇਹ ਅੱਜ ਦਾ ਸ੍ਰੀ ਮੁਖ ਵਾਕ ਦੀ ਵਿਆਖਿਆ ਸੀ ਸਾਧ ਸੰਗਤ ਜੀ। ਔਰ ਨਾਲ ਇਸ ਸਥਾਨ ਤੇ ਲੜੀਵਾਰ ਚੱਲ ਰਹੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ, ਉਹਦੇ ਵਿੱਚ ਦੱਖਣੀ ਓਅੰਕਾਰ ਨਾਮਕ ਬਾਣੀ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਨਰਮਦਾ ਨਦੀ ਦੇ ਕੰਢੇ ਤੇ ਓਅੰਕਾਰ ਨਾਮਕ ਇੱਕ ਮੰਦਰ ਦੇ ਵਿੱਚ ਜਾ ਕੇ ਪੁਜਾਰੀ ਦੇ ਨਾਲ, ਜਿਹੜਾ ਉਸ ਮੰਦਰ ਦਾ ਪੁਜਾਰੀ ਸੀ, ਉਹਦੇ ਨਾਲ ਗੱਲਬਾਤ ਕਰਦਿਆਂ ਉਚਾਰਨ ਕੀਤੀ ਹੈ। 40 ਪੌੜੀਆਂ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ, 41 ਨੰਬਰ ਦੀ ਅੱਜ ਵਿਚਾਰ ਕੀਤੀ ਜਾਏਗੀ। ਇਹ ਸਾਰੀ ਜਿਹੜੀ ਬਾਣੀ ਹੈ ਦੱਖਣੀ ਓਂਕਾਰ, ਇਹ ਬੜੀ ਹੀ ਮਹਿੰਗੀ ਬਾਣੀ ਕਹਿ ਲਈਏ। ਮਹਿੰਗੀ ਦਾ ਮਤਲਬ ਵੀ ਇਹਦੇ ਵਿੱਚ ਸੁਰਤੀ ਜ਼ਿਆਦਾ ਲਾਉਣੀ ਪੈਂਦੀ ਸਮਝਣ ਵਾਸਤੇ। ਇਹ ਅਧਿਆਤਮ ਦੇ ਰਸਤੇ ਦਾ ਸਾਰਾ ਨਕਸ਼ਾ ਸਾਡੇ ਸਾਹਮਣੇ ਲੈ ਆਉਂਦੀ ਦੱਖਣੀ ਓਂਕਾਰ ਦੀ ਬਾਣੀ। ਉਹ ਮੈਂ ਤਾਂ ਤੁਹਾਡੇ ਨਾਲ ਬੇਨਤੀ ਕਰ ਰਿਹਾ ਕਿਉਂਕਿ ਇਹਦੇ ਵਿੱਚ ਇੱਕ ਰਹਾਉ ਦੀ ਤੁਕ ਹੈ, ਜਿਹਦੇ ਵਿੱਚ ਉਸ ਓਅੰਕਾਰ ਦੀ ਜਿਹੜੀ ਮੂਰਤੀ ਸੀ, ਜਿਹਨੂੰ ਪੰਡਤ ਜੀ ਪੂਜ ਰਹੇ ਸੀ ਤੇ ਲੋਕਾਂ ਤੋਂ ਪੂਜਾ ਕਰਾ ਰਹੇ ਸੀ। ਮਹਾਰਾਜ ਨੇ ਕਿਹਾ, ਪੰਡਤ ਜੀ ਇਸ ਓਅੰਕਾਰ ਦੇ ਉੱਤੇ ਤੁਸੀਂ ਲੋਕਾਂ ਨੂੰ ਰੋਕ ਦਿੱਤਾ ਹੈ। ਉਹ ਜਿਹੜਾ ਇੱਕ ਓਅੰਕਾਰ ਵਾਹਿਗੁਰੂ ਹੈ, ਉਹ ਜਿਹੜਾ ਸਾਰਿਆਂ ਦਾ ਉਧਾਰ ਕਰਨ ਵਾਲਾ ਹੈ, ਉਹਦੇ ਨਾਲ ਕਿਉਂ ਨਹੀਂ ਜੋੜਦੇ? ਨਾ ਤਾਂ ਤੂੰ ਆਪ ਤਰਨਾ ਹੈ, ਨਾ ਜਿਹੜੇ ਤੂੰ ਪਿੱਛੇ ਲਾਏ ਉਹਨਾਂ ਤੋਂ ਵੀ ਨਹੀਂ ਤਰਿਆ ਜਾਣਾ। ਇਸ ਤਰ੍ਹਾਂ ਤਾਂ ਇਹ ਤਾਂ ਇੱਕ ਸਿੰਬਲ ਹੈ। ਇੱਥੋਂ ਤੂੰ ਦੱਸ ਸਕਦਾ ਹੈ, ਗਿਆਨ ਦੇ ਸਕਣਾ ਹੈ ਕਿ ਇਸ ਪਰਮਾਤਮਾ ਜਿਹੜਾ ਉਹ ਇੱਕ ਓਅੰਕਾਰ ਸਾਰੇ ਥਾਵਾਂ 'ਤੇ ਵਿਆਪਕ ਹੈ। ਤਾਂ ਜਦੋਂ ਉਹਦੇ ਵਿੱਚ ਫਿਰ ਪੰਡਤ ਵੀ ਜਿਹੜੇ ਸਨ ਉਹ ਕੋਈ ਆਮ ਬੰਦੇ ਨਹੀਂ ਸਨ। ਅਸੀਂ ਕਈ ਵਾਰੀ ਕਹਿਣ ਲੱਗ ਪੈਂਦੇ ਹਾਂ ਉਹਨਾਂ ਦੀ ਵੀ ਗੁਰੂ ਸਾਹਿਬ ਨੇ ਉਹਨਾਂ ਨੂੰ ਹਰਾ ਦਿੱਤਾ ਜੀ, ਆਹ ਕਰ ਦਿੱਤਾ। ਨਹੀਂ ਸਾਧ ਸੰਗਤ ਜੀ, ਜਿਹੜੇ ਉਹਨੇ ਸਵਾਲ ਕੀਤੇ ਨੇ ਉਹਦੇ ਜਵਾਬ ਦਿੱਤੇ ਨੇ ਮਹਾਰਾਜ ਨੇ ਦੱਖਣੀ ਓਂਕਾਰ ਵਿੱਚ। ਤੇ ਜਵਾਬ ਇੰਨੇ ਮਹਿੰਗੇ ਤਾਂ ਨੇ ਜੇ ਸਵਾਲ ਵੀ ਮਹਿੰਗੇ ਸਨ। ਤੇ ਜੇ ਸਵਾਲ ਹੀ ਆਮ ਹੁੰਦੇ ਤੇ ਜਵਾਬ ਕਿੱਥੋਂ ਆਉਣੇ ਸਨ? ਆਪਾਂ ਕਦੀ ਗੁਰਬਾਣੀ ਦਾ ਸਵਾਲ ਜਵਾਬ ਕੀਤਾ ਗੁਰੂ ਘਰ ਵਿੱਚ ਆ ਕੇ? ਇੱਥੇ ਵੀ ਆਪਾਂ ਮੂਵੀਆਂ ਬਣਾਉਂਦੇ ਫਿਰਨੇ ਆ ਫੋਨ ਫੜ ਕੇ। ਤਾਂ ਉਹ ਪੰਡਤ ਸਿਆਣਾ ਲੱਗਦਾ ਹੈ ਜਿਹੜਾ ਸਵਾਲ ਕਰਦਾ ਹੈ। ਇਸ ਪੌੜੀ ਦੇ ਵਿੱਚ 41 ਨੰਬਰ ਦੇ ਵਿੱਚ ਉਹ ਪੁੱਛਦਾ ਹੈ, ਫਿਰ ਤੁਸੀਂ ਦੱਸੋ ਕਿ ਪਰਮਾਤਮਾ ਦੇ ਦਰ ਤੇ ਮਨੁੱਖ ਕਿਵੇਂ ਪ੍ਰਵਾਨ ਹੁੰਦਾ ਹੈ? ਬਿਲਕੁਲ ਜਿਹੜਾ ਹੁਕਮਨਾਮਾ ਆਇਆ ਮਹਾਰਾਜ ਦਾ, ਉਹਦੇ ਨਾਲ ਮਿਲਦੀ ਵਿਚਾਰ ਹੈ ਜੀ। ਭੰਨ ਭੰਨ ਘੜੀਐ ਘੜ ਘੜ ਭੱਜੈ, ਢਾਹੇ ਉਸਾਰੈ ਉਸਰੇ ਢਾਹੈ। ਮਹਾਰਾਜ ਕਹਿੰਦੇ ਹਨ ਵੀ ਜਦੋਂ ਪਰਮਾਤਮਾ ਵੱਲ ਕੋਈ ਤੁਰਦਾ ਹੈ ਨਾ, ਤੇ ਪੂਰਾ ਗੁਰੂ ਉਹਨੂੰ ਭੰਨ ਭੰਨ ਕੇ, ਭਾਵ ਉਹਦੇ ਅਵਗੁਣਾਂ ਨੂੰ ਭੰਨਦਾ ਹੈ, ਉਹਦੇ ਜੀਵਨ ਨੂੰ ਸ਼ਬਦ ਦੀ ਟਕਸਾਲ ਦੇ ਵਿੱਚ ਘੜਦਾ ਹੈ ਤੇ ਘੜ ਘੜ ਭੱਜੈ। ਇਸ ਤਰ੍ਹਾਂ ਕਈ ਵਾਰੀ ਉਥਲ ਪੁਥਲ ਆਉਂਦੀ ਹੈ ਸਾਧਕ ਦੇ ਜੀਵਨ ਦੇ ਵਿੱਚ, ਭਾਵੇਂ ਇਹਦੇ ਟੀਕਿਆਂ ਦੇ ਵਿੱਚ ਅਰਥ ਹੋਰ ਨੇ। ਮੈਂ ਬੇਨਤੀ ਕਰ ਦਿੰਦਾ ਕਿ ਭਰਮ ਨਾ ਪੈ ਜਾਏ, ਕਈ ਵਾਰੀ ਫੋਨਾਂ ਵਿੱਚੋਂ ਅਸੀਂ ਵੇਖ ਲੈਂਦੇ ਹਾਂ, ਪਰ ਇਹਦਾ ਜਿਹੜਾ ਪ੍ਰਕਰਨ ਹੈ ਉੱਥੇ ਇਹ ਲਿਖਿਆ ਹੋਇਆ ਵੀ ਸੰਸਾਰ ਦੀ ਰਚਨਾ ਘੜੀ ਜਾਂਦੀ ਤੇ ਭੰਨੀ ਜਾਂਦੀ, ਪਰ ਪ੍ਰਕਰਨ ਦੇ ਨਾਲ ਇਹ ਅਰਥ ਨਹੀਂ ਮਿਲਦੇ। ਪ੍ਰਕਰਨ ਆ ਰਿਹਾ ਕਿ ਮਨੁੱਖ ਦੀ ਵਿਗੜੀ ਹੋਈ ਹਾਲਤ ਨੂੰ ਪਰਤ ਕੇ ਕਿਵੇਂ ਸਵਾਰਿਆ ਜਾ ਸਕਦਾ ਹੈ। ਤੇ ਉੱਥੇ ਮਹਾਰਾਜ ਜਵਾਬ ਦਿੰਦੇ ਨੇ, ਪੰਡਤ ਜੀ ਮਨਮੁਖ ਦੇ, ਜੇ ਕੋਈ ਮਨਮੁਖ ਗੁਰੂ ਦੀ ਸ਼ਰਨ ਵਿੱਚ ਆਏਗਾ, ਨਾਮ ਜਪੇਗਾ, ਉਹਦੇ ਪਿਛਲੇ ਜੀਵਨ ਨੂੰ ਪਰਮਾਤਮਾ ਭੰਨ ਦਿੰਦਾ ਹੈ, ਤੋੜ ਦਿੰਦਾ ਹੈ। ਜਿਵੇਂ ਆਪਾਂ ਪੁਰਾਣਾ ਮਕਾਨ ਸਾਰਾ ਢਾਹ ਦਿੰਦੇ ਹਾਂ ਜਿੱਥੇ ਨਵਾਂ ਮਕਾਨ ਬਣਾਉਣਾ ਹੈ। ਇਸ ਕਰਕੇ ਕਹਿੰਦੇ ਇਸ ਤਰ੍ਹਾਂ ਉਹ ਘੜ ਘੜ ਭੱਜੈ, ਪਰਤ ਪਰਤ ਕੇ ਉਹਨੂੰ ਤੋੜ ਕੇ ਢਾਹ ਕੇ ਉਸਾਰਦਾ ਹੈ, ਉਸਾਰੇ ਢਾਹੇ। ਇਸ ਤਰ੍ਹਾਂ ਬਣਨ ਬਣਾਉਣ ਦੀ ਕਿਰਿਆ ਚੱਲਦੀ ਹੈ, ਯੁੱਧ ਚੱਲਦਾ ਹੈ। ਜੀਵਨ ਦੇ ਪਿਛਲੇ ਸੁਭਾਅ ਨੂੰ ਮਾਰਿਆ ਜਾਂਦਾ ਹੈ ਤੇ ਨਵਾਂ ਸੁਭਾਅ ਬਣਾਇਆ ਜਾਂਦਾ ਹੈ। ਸਰ ਭਰ ਸੁਖੈ ਭੀ ਭਰ ਭੁਖੈ। ਮਹਾਰਾਜ ਕਹਿੰਦੇ ਹਨ ਸਰ ਭਰ ਸੁਖ ਹੈ।
ਜਿਹੜਾ ਸਰੋਵਰ ਪਹਿਲਾਂ ਭਰਿਆ ਹੋਇਆ ਸੀ ਉਹਨੂੰ ਗੁਰੂ ਸੁਕਾ ਦਿੰਦਾ ਹੈ। ਭਾਵ ਜਿਹੜੀ ਵਿਚਾਰ ਪਹਿਲਾਂ ਸੀ ਉਹਨੂੰ ਖਤਮ ਕਰ ਦਿੰਦਾ। ਜੋ ਜੀਵਨ ਦੇ ਵਿੱਚ ਪਹਿਲਾਂ ਜਿਵੇਂ ਦਾ ਦੁਨੀਆ ਦਾ ਮੋਹ ਭਰਿਆ ਪਿਆ ਸੀ, ਪਾਣੀ ਚਿੱਕੜ ਭਰਿਆ ਪਿਆ ਸੀ, ਉਹਨੂੰ ਗੁਰੂ ਸੁਕਾ ਦਿੰਦਾ ਹੈ। ਮਹਾਰਾਜ ਕਹਿੰਦੇ ਸਰ ਭਰ ਸੁੱਖ ਹੈ, ਪੀ ਭਰ ਭੁੱਖ ਹੈ, ਤੇ ਪਰਤ ਕੇ ਉਹਨੂੰ ਫਿਰ ਨਾਮ ਦੇ ਰਸ ਦੇ ਵਿੱਚ ਭਰ ਦਿੰਦਾ ਹੈ। ਸਮਰੱਥ ਬੇਪਰਵਾਹ। ਕੌਣ ਕਰਦਾ ਇਸ ਤਰ੍ਹਾਂ? ਜਿਹੜਾ ਸਮਰੱਥ ਵਾਹਿਗੁਰੂ ਬੇਪਰਵਾਹ, ਸਦਾ ਆਨੰਦ ਦੇ ਬੇਪਰਵਾਹੀ ਵਿੱਚ ਰਹਿਣ ਵਾਲਾ ਹੈ। ਭਰਮ ਭੁਲਾਨੇ ਭਏ دیਵਾਨੇ, ਵਿਨ ਭਾਗਾ ਕਿਆ ਪਾਈਆ। ਪਰ ਇਹ ਦੁਨੀਆ ਦੇ ਲੋਕ ਭਰਮ ਦੇ ਵਿੱਚ ਭੁੱਲ ਕੇ ਸੰਸਾਰ ਨੂੰ ਸੱਚ ਸਮਝ ਕੇ دیਵਾਨੇ ਕਮਲੇ ਹੋਏ ਫਿਰਦੇ, ਸੰਸਾਰ ਦੇ ਪਿੱਛੇ ਕਮਲਿਆਂ ਵਾਂਗੂ ਭੱਜੇ ਫਿਰਦੇ ਹਨ। ਉਹ ਨਹੀਂ ਗੁਰੂ ਤੋਂ ਆਪਣੇ ਜੀਵਨ ਨੂੰ ਕਢਾਉਣ ਵਾਸਤੇ ਜਾਂਦੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਵਿਣ ਭਾਗਾਂ ਕਿਆ ਪਾਈਐ। ਹੁਣ ਜੇ ਭਾਗ ਹੀ ਨਹੀਂ ਹੈ, ਆਪਾਂ ਇੱਥੇ ਆਏ ਹਾਂ ਹਰਿਮੰਦਰ ਸਾਹਿਬ ਪਾਤਸ਼ਾਹ ਦਰਸ਼ਨ ਕਰਨ, ਇਹਦੇ ਨਾਲ ਭਾਗ ਬਣਦੇ ਨੇ। ਸੇਵਾ ਕਰੀਏ, ਪਾਠ ਕਰੀਏ, ਸਿਮਰਨ ਕਰੀਏ, ਨਿਤਨੇਮ ਕਰੀਏ, ਰੋਜ਼ ਘਰ ਜਾ ਕੇ ਵੀ ਕਰੀਏ। ਇਹ ਤਾਂ ਇੱਕ ਸਾਧ ਸੰਗਤ ਜੀ ਇੱਥੇ ਸੈਲਫ ਹੈ, ਇੱਕ ਸਾਨੂੰ ਇੱਕ ਝਟਕਾ ਦਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ। ਇਹ ਨਹੀਂ ਵੀ ਇੱਥੇ ਆਏ ਤੇ ਘਰ ਜਾ ਕੇ ਛੱਡ ਦਿੱਤਾ, ਨਹੀਂ। ਜਿਹੜੇ ਨਾਮ ਜਪਣ ਵਾਲੇ ਗੁਰਮੁਖ ਨੇ ਉਹ ਕਈ ਐਸੇ ਨੇ ਜਿਹੜੇ ਕਹਿੰਦੇ ਵੀ ਜੇ 8 ਘੰਟੇ ਦਾ ਸਫ਼ਰ ਹੈ ਤੇ 8 ਘੰਟਿਆਂ ਦੇ ਵਿੱਚ ਸੁਖਮਣੀ ਸਾਹਿਬ ਦੇ ਇੰਨੇ ਪਾਠ ਕਰਨੇ ਨੇ, ਜਪਜੀ ਸਾਹਿਬ ਦੇ ਇੰਨੇ ਪਾਠ ਕਰਨੇ, ਆਉਂਦਿਆਂ ਵੀ ਤੇ ਜਾਂਦਿਆਂ ਵੀ। ਫਿਰ ਦੋਵੇਂ ਟਾਈਮ ਘਰ ਨਿਤਨੇਮ ਕਰਨਾ, ਸਹਿਜ ਪਾਠ ਕਰਨਾ, ਤਾਂ ਜ਼ਿੰਦਗੀ ਦੇ ਵਿੱਚ ਆਨੰਦ ਆਏਗਾ। ਇਸ ਤਰ੍ਹਾਂ ਕਹਿੰਦੇ ਹਨ ਕਿ ਫਿਰ ਦੁਨੀਆ ਦੇ ਲੋਕ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਕਰ ਸਕਦੇ ਕੁਝ। ਕਮਲੇ ਹੋਏ ਫਿਰਦੇ ਸੰਸਾਰ ਦੇ ਪਿੱਛੇ। ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੰਚਾ ਤਿਨ ਜਾਈਆ। ਜਿਹੜੇ ਗੁਰਮੁਖ ਹਨ, ਗੁਰੂ ਕੇ ਸਿੱਖ, ਜਿਨ੍ਹਾਂ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ ਹੈ, ਉਹਨਾਂ ਦੇ ਅੰਦਰ ਗਿਆਨ ਪ੍ਰਗਟ ਹੋ ਗਿਆ ਹੈ। ਗਿਆਨ ਮੈਨੇ ਹੋਸ਼, ਯਾਨੀ ਕਿ ਪਰਮਾਤਮਾ ਦੀ ਹੋਂਦ ਨੂੰ ਪ੍ਰਤੀਤ ਕਰਨਾ, ਨੇੜੇ ਜਾਣਨਾ। ਤੇ ਉਹਨਾਂ ਦੇ ਜੀਵਨ ਦੀ ਡੋਰੀ ਪੂਰੇ ਗੁਰੂ ਨੇ ਆਪਣੇ ਹੱਥਾਂ ਦੇ ਵਿੱਚ, ਪ੍ਰਭੂ ਨੇ ਪਕੜੀ ਹੋਈ ਹੈ। ਜਿੱਧਰ ਜਿੱਧਰ ਨੂੰ ਖਿੱਚਦਾ ਫਿਰ ਆਪ ਅਗਵਾਈ ਕਰਦਾ ਹੈ। ਆਪਣੇ ਪਿੱਛੇ ਪ੍ਰੇਮ ਦੀ ਡੋਰੀ ਦੇ ਵਿੱਚ, ਪ੍ਰੀਤ ਦੀ ਡੋਰੀ ਦੇ ਵਿੱਚ ਬੰਨ੍ਹ ਕੇ ਸਾਧ ਸੰਗਤ ਜੀ ਆਪਣੇ ਸੇਵਕਾਂ ਨੂੰ ਆਪਣੇ ਚਰਨਾਂ ਦੇ ਨੇੜੇ ਲੈ ਆਉਂਦਾ ਹੈ। ਹਰ ਗੁਣ ਗਾਏ ਸਦਾ ਰੰਗ ਰਾਤੇ, ਬਾਹੁੜ ਨਾ ਪਛੋਤਾਈਆ। ਹੁਣ ਜਿਨ੍ਹਾਂ ਦੇ ਜੀਵਨ ਘੜੇ ਗਏ ਨੇ, ਉਹ ਹਰੀ ਦੇ ਰੰਗ ਦੇ ਵਿੱਚ, ਹਰੀ ਦੇ ਗੁਣ ਗਾ ਕੇ ਰੰਗੇ ਗਏ ਹਨ। ਯਾਨੀ ਕਿ ਉਹਨਾਂ ਦਾ ਜੀਵਨ ਰੰਗਿਆ ਹੋਇਆ ਹੈ, ਹਰੀ ਦੇ ਰੰਗ ਦੇ ਵਿੱਚ ਰੰਗੇ, ਸਦਾ ਰੱਤੇ ਹੋਏ ਹਨ। ਔਰ ਉਹਨਾਂ ਨੂੰ ਪਰਤ ਕੇ ਪਛਤਾਉਣਾ ਨਹੀਂ ਪੈਂਦਾ। ਉਹਨਾਂ ਦੇ ਜੀਵਨ ਦੇ ਚੋਲੇ ਰੱਤੜੇ ਜਾਂਦੇ ਹਨ, ਰੰਗੇ ਜਾਂਦੇ ਹਨ। ਜਿਨ ਕੇ ਚੋਲੇ ਰੱਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਇਸ ਤਰ੍ਹਾਂ ਜੀਵਨ ਨਾਮ ਦੇ ਨਾਲ ਰੰਗਿਆ ਜਾਂਦਾ ਹੈ। ਭੱਬੈ ਭਾਲੇ ਗੁਰਮੁਖ ਬੂਝੈ, ਤਾ ਨਿਜ ਕਰ ਵਾਸਾ ਪਾਈਆ। ਭੱਬੇ ਸ਼ਬਦ ਤੋਂ ਉਪਦੇਸ਼ ਦਿੰਦੇ ਹਨ, ਜਿਹੜੇ ਭਾਲ ਕਰਦੇ ਨੇ ਜੀਵਨ ਵਿੱਚੋਂ ਨਾਮ ਦੀ, ਨਾਮ ਜਪ ਕੇ ਵਾਹਿਗੁਰੂ ਦੀ ਖੋਜ ਕਰਦੇ ਹਨ, ਤੇ ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਕਹਿੰਦੇ ਬੁੱਝ ਲੈਂਦੇ ਹਨ, ਤਾਂ ਉਹਨਾਂ ਨੂੰ ਨਿਜ ਘਰ ਦਾ ਵਾਸਾ ਮਿਲਦਾ ਹੈ। ਨਿਜ ਘਰ ਮੈਨੇ ਆਪਣੇ ਮਨ ਦੇ ਵਿੱਚ ਸੁਰਤੀ ਜਿਹੜੀ ਹੈ ਇਕਾਗਰ ਹੋ ਕੇ ਅੰਦਰ ਟਿਕ ਜਾਂਦੀ ਹੈ। ਭੱਬੈ ਭਉ ਜਲ ਮਾਰਗ ਵਿਖੜਾ, ਆਸ ਨਿਰਾਸਾ ਤਰੀਆ। ਹੁਣ ਮਹਾਰਾਜ ਨੇ ਇੱਥੇ ਸਾਫ਼ ਦੱਸ ਦਿੱਤਾ ਵੀ ਪੌੜੀ ਕਾਹਦੇ ਵਾਸਤੇ ਉਚਾਰੀਏ। ਇੱਥੇ ਬਿਖਮ ਭਵਜਲ ਨੂੰ ਤਰਨ ਵਾਸਤੇ ਵਿਚਾਰ ਚੱਲ ਰਹੀ ਇਸ ਪੌੜੀ ਦੇ ਵਿੱਚ। ਭੱਬੇ ਤੋਂ ਕਹਿੰਦੇ, ਹੇ ਭਾਈ ਪੰਡਤ ਜੀ, ਇਹ ਜਿਹੜਾ ਪਰਮਾਤਮਾ ਦਾ ਮਾਰਗ ਹੈ, ਭਵਜਲ ਨੂੰ ਪਾਰ ਕਰਨਾ ਪੈਂਦਾ। ਜਿਹੜਾ ਪਿੱਛੇ ਆਇਆ ਸੀ ਕਾਮ ਕ੍ਰੋਧ ਬਿਖ ਜਾਰੇ, ਇਹ ਭੱਬੈ ਭਵਜਲ ਮਾਰਗ ਵਿਖੜਾ ਹੈ। ਵਿਖੜਾ ਹੈ ਯਾਨੀ ਕਿ ਕਠਿਨ ਹੈ। ਇਹ ਤਾਂ ਪਾਰ ਹੁੰਦਾ ਹੈ ਜੇ ਆਸ ਨਿਰਾਸਾ ਤਰੀਆ, ਮਨ ਦੇ ਵਿੱਚੋਂ ਵਾਸ਼ਨਾਵਾਂ ਨੂੰ ਤਿਆਗਦਾ ਹੈ। ਬਸ ਇੱਕੋ ਹੀ ਇਹਦੀ ਮਰਿਆਦਾ ਸਭ ਤੋਂ ਜ਼ਿਆਦਾ ਜਿਹੜੀ ਹੈ, ਸਾਧ ਸੰਗਤ ਜੀ, ਨਾਮ ਜਪਣ ਦੀ ਜਿਹੜੀ ਮਰਿਆਦਾ ਹੈ, ਸਭ ਤੋਂ ਵੱਡੀ ਇਹ ਹੈ ਕਿ ਅੰਦਰ ਬਹੁਤੀ ਲੰਬੀ ਆਸ ਨਹੀਂ ਹੋਣੀ ਚਾਹੀਦੀ।
ਆਪਾਂ ਸੰਸਾਰ ਦੇ ਵਿੱਚ ਨਿਤਨੇਮ ਸਾਰੇ ਹੀ ਸੰਗਤ ਕਰਦੀ ਹੈ, ਸਾਰੇ ਸਿੰਘ ਕਰਦੇ, ਇਹ ਸਾਡੇ ਭਾਗ ਨੇ, ਸਾਨੂੰ ਬਾਣੀ ਮਿਲੀ ਹੈ। ਨਿਤਨੇਮ ਕਰਨੇ ਆ ਤੇ ਫਿਰ ਵਿਕਾਸ ਜਦੋਂ ਰੁਕਦਾ ਹੈ ਉਹਦਾ ਕਾਰਨ ਸਿਰਫ ਪਿੱਛੇ ਇੱਕੋ ਹੁੰਦਾ ਹੈ ਕਿ ਸਾਡੇ ਅੰਦਰ ਸੰਸਾਰ ਦੀਆਂ ਲੋੜਾਂ ਵਾਸਤੇ ਇੱਛਾ ਬਹੁਤ ਤੇਜ਼ ਤੀਬਰ ਹੋ ਜਾਂਦੀ ਹੈ। ਉਹ ਫਿਰ ਫੈਕਟ ਕਰਦੀ, ਉਹ ਰੋਕਦੀ ਹੈ। ਜੋ ਕੀਤਾ ਹੋਇਆ ਜਪ ਤਪ ਹੈ ਉਹਨੂੰ ਵੀ ਅਸਰ ਪਾਉਂਦੀ ਹੈ। ਮਨ ਇਕਾਗਰ ਨਹੀਂ ਹੁੰਦਾ, ਮਨ ਫਿਰ ਦੌੜਦਾ, ਭੱਜਦਾ, ਬੇਰਸਾ ਹੁੰਦਾ ਹੈ। ਫਿਰ ਅਸੀਂ ਕਹਿੰਦੇ ਹਾਂ ਬਾਣੀ ਵਿੱਚ ਪਤਾ ਨਹੀਂ ਉਨੀ ਸ਼ਕਤੀ ਹੈ ਕਿ ਨਹੀਂ। ਮਹਾਰਾਜ ਕਹਿੰਦੇ ਸ਼ਕਤੀ ਤਾਂ ਉਨੀ ਹੈ, ਪਰ ਤੂੰ ਹੁਣ ਖਲਾਰਾ ਹੀ ਬਹੁਤਾ ਪਾਈ ਫਿਰਨਾ ਮਨ ਦੇ ਵਿੱਚ। ਉਹਨਾਂ ਕੁ ਲੋੜ ਜੋਗਾ ਅਰਦਾਸ ਕਰ ਗੁਰੂ ਦੇ ਕੋਲ, ਪਰ ਜਿਹੜਾ ਤੂੰ ਇੰਨਾ ਵੱਡੇ ਮਹਿਲ ਉਸਾਰੇ ਹੋਏ ਨੇ ਵਾਸ਼ਨਾਵਾਂ ਦੇ, ਇੱਛਾਵਾਂ ਦੇ, ਇਹ ਰੁਕਾਵਟ ਬਣਦੇ ਹਨ ਵਾਹਿਗੁਰੂ ਦੇ ਰਸਤੇ ਵਿੱਚ। ਗੁਰ ਪ੍ਰਸਾਦੀ ਆਪੋ ਚੀਨੈ, ਜੀਵਤਿਆ ਏਵ ਮਰੀਆ। ਇਹ ਫਿਰ ਕਿਵੇਂ ਹੋ ਸਕਦਾ ਹੈ ਮਹਾਰਾਜ? ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ। ਕਲਗੀਧਰ ਪਾਤਸ਼ਾਹ ਨੇ, ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖਾਂ ਨੂੰ ਪੁੱਛਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਅਰਥ ਮੈਨੂੰ ਇੱਕੋ ਅੱਖਰ ਵਿੱਚ ਕੋਈ ਸੁਣਾਏ। ਤੇ ਸਿੱਖ ਸਾਰੇ ਕਵੀ ਜਿੰਨੇ ਸਨ ਹੈਰਾਨ ਹੋ ਗਏ। ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਸਾਰਿਆਂ ਨੇ ਜ਼ੋਰ ਲਾਇਆ ਵੀ ਮਹਾਰਾਜ ਇੰਨੀ ਵੱਡੀ ਬਾਣੀ ਦਾ ਸਰੂਪ ਹੈ, ਇਹ ਸਾਰੀਆਂ ਗੱਲਾਂ ਦਾ ਅਰਥ ਇੱਕੋ ਅੱਖਰ ਵਿੱਚ ਕਿਵੇਂ ਹੋਵੇ? ਤੇ ਮਹਾਰਾਜ ਨੂੰ ਬੇਨਤੀ ਕੀਤੀ, ਆਪ ਜੀ ਫਿਰ ਕਿਰਪਾ ਕਰੋ, ਸਾਨੂੰ ਇਹ ਪਤਾ ਨਹੀਂ ਲੱਗਦਾ ਐਡੇ ਵੱਡੇ, ਜਿਹੜੀ ਏਡੀ ਵੱਡੀ ਬਾਣੀ ਹੈ ਉਹਨੂੰ ਇੱਕੋ ਅੱਖਰ ਦੇ ਵਿੱਚ ਕਿਵੇਂ? ਤੇ ਮਹਾਰਾਜ ਨੇ ਬਚਨ ਕੀਤਾ ਸੀ, ਗੁਰੂ ਕੇ ਸਿੱਖੋ, ਇਹਦੇ ਅਰਥ ਨੇ ਗੁਰ ਪ੍ਰਸਾਦ।